ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਕੱਲ 30 ਤਰੀਕ ਸੀ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਸੀ ਅਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਿਆਈ ਗੱਦੀ ਦਿਵਸ ਸੀ, ਜਿਸ ਦੇ ਸੰਬੰਧ ਵਿੱਚ ਅੱਜ ਆਪਾਂ ਅਰਦਾਸ ਕਰਾਂਗੇ। ਜੋ ਆਪਾਂ ਸ਼ੁੱਕਰਵਾਰ ਵਾਲੇ ਦਿਨ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਵਿੱਚੋਂ ਸੁਣਨ ਦਾ ਸਿਧਾਂਤ ਲੈ ਕੇ ਗੱਲਬਾਤ ਕਰ ਰਹੇ ਸਾਂ, ਉਹਦੇ ਵਿੱਚ ਆਪਾਂ ਇਹ ਗੱਲ ਸਮਝੀ ਸੀ ਕਿ ਸਾਨੂੰ ਸੁਣਨ ਵਾਸਤੇ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਆਪ ਚੁੱਪ ਕਰ ਜਾਈਏ, ਮੁੱਖ ਤੋਂ ਚੁੱਪ ਕਰੀਏ, ਫਿਰ ਹੌਲੀ ਹੌਲੀ ਕੋਸ਼ਿਸ਼ ਕਰੀਏ ਮਨ ਕਰਕੇ ਵੀ ਚੁੱਪ ਹੋਈਏ। ਫਿਰ ਸਾਨੂੰ ਪੂਰਨ ਤੌਰ ਤੇ ਕਹਿਣ ਵਾਲੇ ਦੀ ਗੱਲ ਸੁਣ ਜਾਂਦੀ ਏ ਤੇ ਸਾਡੇ ਅੰਦਰ ਉਤਰ ਜਾਂਦੀ ਏ। ਆਪਾਂ 4 ਚੀਜ਼ਾਂ ਸਮਝੀਆਂ ਸਨ ਕਿ ਆਪਾਂ ਗੁਰੂ ਘਰ ਵਿੱਚ ਗੁਰਦੁਆਰੇ ਵਿੱਚ ਆ ਕੇ ਗੁਰੂ ਜੀ ਨੂੰ ਸੁਣਨਾ ਹੈ। ਪਹਿਲੇ ਨੰਬਰ ਤੇ ਗੁਰੂ ਜੀ ਨੂੰ ਸੁਣਨ ਦਾ ਤਰੀਕਾ ਹੈ ਗੁਰਬਾਣੀ ਦਾ ਪਾਠ ਕਰਨਾ ਤੇ ਆਪਣੇ ਕੰਨਾਂ ਨਾਲ ਜੋ ਅਸੀਂ ਬੋਲ ਰਹੇ ਹਾਂ ਉਸ ਨੂੰ ਸੁਣਨਾ। ਦੂਸਰਾ, ਅਸੀਂ ਹੁਣੇ ਗੁਰੂ ਕੀ ਅੰਮ੍ਰਿਤ ਬਾਣੀ ਦਾ ਕੀਰਤਨ ਸੁਣ ਰਹੇ ਸੀ। ਇਹ ਵੀ ਗੁਰੂ ਜੀ ਨੂੰ ਸੁਣਨ ਦਾ ਇੱਕ ਦੂਸਰਾ ਤਰੀਕਾ ਹੈ। ਬੜੇ ਧਿਆਨ ਨਾਲ, ਬੜੇ ਪਿਆਰ ਨਾਲ ਆਪਣੀ ਪੂਰੀ ਤਵੱਜੋ ਦੇ ਕੇ ਕੀਰਤਨ ਸੁਣਨਾ ਤੇ ਜੋ ਕੀਰਤਨ ਰੂਪ ਵਿੱਚ ਗਾਇਆ ਜਾ ਰਿਹਾ ਹੈ ਉਸ ਨੂੰ ਆਪਣੇ ਅੰਦਰ ਉਤਰ ਜਾਣ ਦੇਣਾ। ਤੀਸਰੇ ਨੰਬਰ ਤੇ ਸੀ ਗੁਰਬਾਣੀ ਦੀ ਕਥਾ ਵਿਚਾਰ। ਸਾਨੂੰ ਕਰਨ ਵਾਲਿਆਂ ਨੂੰ ਵੀ ਚਾਹੀਦਾ ਕਿ ਅਸੀਂ ਵਿਚਾਰ ਗੁਰਬਾਣੀ ਦੀ ਹੀ ਕਰੀਏ, ਗੁਰੂ ਜੀ ਦੀ ਹਜ਼ੂਰੀ ਵਿੱਚ, ਸਾਧ ਸੰਗਤ ਵਿੱਚ। ਗੁਰੂ ਜੀ ਦੀ ਪਵਿੱਤਰ ਬਾਣੀ ਨੂੰ ਛੱਡ ਕੇ ਇੱਧਰ ਉੱਧਰ ਨਾ ਦੌੜੀਏ ਤੇ ਸੁਣਨ ਵਾਲਿਆਂ ਨੂੰ ਵੀ ਚਾਹੀਦਾ ਕਿ ਉਹ ਧਿਆਨ ਦੇ ਕੇ ਸੁਣਨ ਤਾਂ ਜੋ ਗੁਰੂ ਦੀ ਪਵਿੱਤਰ ਬਾਣੀ ਦੀ ਵਿਚਾਰ ਸਾਡੇ ਅੰਦਰ ਘਰ ਕਰ ਜਾਏ। ਚੌਥੇ ਨੰਬਰ ਤੇ ਆਪਾਂ ਵੇਖਿਆ ਸੀ ਕਿ ਸਾਡੇ ਅੰਦਰ ਤੇ ਸਾਡੇ ਬਾਹਰ ਪੂਰੇ ਬ੍ਰਹਿਮੰਡ ਦੇ ਵਿੱਚ ਵਾਹਿਗੁਰੂ ਜੀ ਵੱਲੋਂ ਇੱਕ ਨਾਦ ਹੋ ਰਿਹਾ ਹੈ, ਜਿਸ ਨਾਦ ਦੇ ਆਧਾਰ ਤੇ ਹੀ ਇਸ ਸ੍ਰਿਸ਼ਟੀ ਦੀ ਸਿਰਜਣਾ ਹੁੰਦੀ ਹੈ। ਉਸ ਨੂੰ ਸੁਣਨਾ ਹੈ। ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਇਹ ਬਚਨ ਲਿਖੇ ਨੇ, ਅਨਹਦ ਬਾਣੀ ਗੁਰ ਸ਼ਬਦ ਜਾਣੀ। ਉਹ ਜਿਹੜੀ ਅਨਹਦ ਬਾਣੀ ਇਸ ਪੂਰੇ ਬ੍ਰਹਿਮੰਡ ਵਿੱਚ ਵੀ ਤੇ ਸਾਡੇ ਅੰਦਰ ਵੀ ਹੋ ਰਹੀ ਏ, ਉਸ ਨੂੰ ਗੁਰੂ ਜੀ ਦੇ ਸ਼ਬਦ ਰਾਹੀਂ ਜਾਣਿਆ ਜਾ ਸਕਦਾ ਹੈ। ਤੇ ਗੁਰੂ ਦਾ ਸ਼ਬਦ ਆਪਾਂ ਵੇਖਿਆ ਉੱਤੇ ਅਸੀਂ 3 ਤਰ੍ਹਾਂ ਨਾਲ ਸੁਣ ਸਕਦੇ ਹਾਂ, ਪੜ੍ਹ ਸਕਦੇ ਹਾਂ, ਸਮਝ ਸਕਦੇ ਹਾਂ। ਗੁਰਬਾਣੀ ਦਾ ਪਾਠ ਕਰਨਾ, ਕੀਰਤਨ ਸੁਣਨਾ ਤੇ ਕਥਾ ਕਰਨੀ ਜਾਂ ਸੁਣਨੀ। ਇਹਦੇ ਵਿੱਚ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਹੈ
ਤੇ ਗੁਰੂ ਦੇ ਸ਼ਬਦ ਰਾਹੀਂ ਅਸੀਂ ਉਸ ਸਿੱਟੇ ਤੇ ਪਹੁੰਚਦੇ ਹਾਂ ਜਿੱਥੇ ਸਾਨੂੰ ਸਤਿਗੁਰੂ ਜੀ ਲਿਜਾਣਾ ਚਾਹੁੰਦੇ ਨੇ, ਜੋ ਸਾਡੀ ਜ਼ਿੰਦਗੀ ਦਾ ਮਕਸਦ ਹੈ। ਜੀਵਨ ਦਾ ਮਕਸਦ ਹੈ ਜੀ ਅਨਹਦ ਨੂੰ ਸੁਣਨਾ। ਇਹ ਅਨਹਦ ਸਾਨੂੰ ਹੌਲੀ ਹੌਲੀ ਉਸ ਮਾਲਕ ਤੱਕ ਪਹੁੰਚਾਉਂਦਾ ਹੈ ਜਿਹਦੇ ਵਿੱਚ ਮਿਲਣ ਵਾਸਤੇ ਆਪਾਂ ਨੂੰ ਇਹ ਵਾਹਿਗੁਰੂ ਜੀ ਨੇ ਮਨੁੱਖਾ ਸਰੀਰ ਦਾ ਸਮਾਂ ਦਿੱਤਾ ਹੈ। ਸੋ ਇਸ ਤਰ੍ਹਾਂ ਆਪਾਂ ਸਹਿਜੇ ਸਹਿਜੇ 4 ਚੀਜ਼ਾਂ ਧਿਆਨ ਵਿੱਚ ਰੱਖਣੀਆਂ ਨੇ ਤੇ ਇਹਨਾਂ ਨੂੰ ਸਮਝ ਕੇ ਵਿਚਾਰ ਕੇ ਹਿਰਦੇ ਵਿੱਚ ਵਸਾਉਣਾ ਹੈ। ਤੇ ਆਪਾਂ ਇੱਕ ਗੱਲ ਹੋਰ ਸਮਝੀ ਸੀ ਕਿ ਸਾਨੂੰ ਚਿੱਤ ਲਾ ਕੇ ਇਹ 4 ਚੀਜ਼ਾਂ ਜਿਹੜੀਆਂ ਨੇ ਚਿੱਤ ਲਾ ਕੇ ਕਰਨੀਆਂ ਨੇ, ਮਨ ਲਾ ਕੇ ਕਰਨੀਆਂ ਨੇ, ਪੂਰੇ ਧਿਆਨ ਨਾਲ ਕਰਨੀਆਂ ਨੇ। ਇਸ ਤਰ੍ਹਾਂ ਕਰਨ ਦੇ ਨਾਲ ਗੁਰਬਾਣੀ ਦਾ ਫੈਸਲਾ ਹੈ ਜੀ, ਕੋਈ ਗਾਵੇ ਕੋ ਸੁਣੇ। ਦੁਨੀਆ ਦਾ ਕੋਈ ਵਿਅਕਤੀ, ਨਾ ਕਿ ਇਕੱਲਾ ਸਿੱਖ, ਦੁਨੀਆ ਦਾ ਕੋਈ ਵਿਅਕਤੀ ਕੋਈ ਗਾਵੇ ਕੋ ਸੁਣੇ, ਸ਼ਰਤ ਕੀ ਏ ਹਰ ਨਾਮਾ ਚਿੱਤ ਲਾਏ। ਚਿੱਤ ਲਾ ਕੇ ਸੁਣਨਾ ਸ਼ਰਤ ਹੈ, ਇਹ ਕੰਡੀਸ਼ਨ ਹੈ। ਜਿੰਨਾ ਚਿਰ ਅਸੀਂ ਚਿੱਤ ਲਾ ਕੇ ਨਹੀਂ ਸੁਣਦੇ ਉਨਾ ਚਿਰ ਆਖਿਆ ਹੋਇਆ ਸਾਡੇ ਉੱਤੋਂ ਦੀ ਲੰਘ ਜਾਂਦਾ, ਸਾਡੇ ਅੰਦਰ ਨਹੀਂ ਉਤਰਦਾ। ਆਪਾਂ ਇਹ ਤੇ ਸਮਝਦੇ ਹਾਂ ਜੀ, ਸਾਨੂੰ ਪਿਆਸ ਲੱਗੀ ਹੋਵੇ ਤੇ ਅਸੀਂ ਪਾਣੀ ਆਪਣੇ ਉੱਤੋਂ ਦੀ ਪਿੱਛੇ ਡੋਲੀ ਜਾਈਏ ਤੇ ਪਿਆਸ ਨਹੀਂ ਮਿਟਣ ਲੱਗੀ। ਪਿਆਸ ਨੇ ਮਿਟਣਾ ਜੇ ਮੂੰਹ ਰਾਹੀਂ ਪਾਣੀ ਸਾਡੇ ਅੰਦਰ ਜਾਏਗਾ। ਇਸੇ ਤਰ੍ਹਾਂ ਹਰੀ ਨਾਮ ਜਿਹੜਾ ਏ ਉਹ ਸਾਡੇ ਕੰਨਾਂ ਰਾਹੀਂ ਸਾਡੇ ਅੰਦਰ ਜਾਂਦਾ ਹੈ। ਸੋ ਅਸੀਂ ਜਦੋਂ ਪੂਰੀ ਤਵੱਜੋ ਦਿਆਂਗੇ, ਚਿੱਤ ਲਾ ਕੇ ਸੁਣਾਂਗੇ ਤੇ ਵਾਹਿਗੁਰੂ ਜੀ ਦਾ ਨਾਮ ਸਾਡੇ ਕੰਨਾਂ ਰਾਹੀਂ ਸਾਡੇ ਅੰਦਰ ਚਲਾ ਜਾਏਗਾ। ਤੇ ਜਦੋਂ ਪਰਮੇਸ਼ਵਰ ਦਾ ਨਾਮ ਅੰਦਰ ਗਿਆ, ਜਿਸ ਤਰ੍ਹਾਂ ਪਾਣੀ ਅੰਦਰ ਜਾ ਕੇ ਸਾਡੀ ਪਿਆਸ ਬੁਝਾ ਦਿੰਦਾ ਹੈ, ਇਸ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਜਦੋਂ ਸਾਡੇ ਕੰਨਾਂ ਰਾਹੀਂ ਸਾਡੇ ਅੰਦਰ ਚਲਾ ਜਾਏ, ਉਦੋਂ ਕੀ ਹੁੰਦਾ ਹੈ? ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕਬੀਰ ਸਾਹਿਬ ਆਖਦੇ ਨੇ ਜੀ, ਕੋਈ ਸ਼ੱਕ ਨਹੀਂ ਮੈਨੂੰ, ਕੋਈ ਸੰਸਾ, ਕੋਈ ਤੌਖਲਾ ਨਹੀਂ ਰਿਹਾ। ਅਖੀਰ ਨੂੰ ਉਹ ਮਨੁੱਖ ਪਰਮ ਪਦਵੀ ਨੂੰ ਪ੍ਰਾਪਤ ਕਰੇਗਾ ਜਿਹੜਾ ਮਨੁੱਖ ਚਿੱਤ ਲਾ ਕੇ ਗਾਵੇਗਾ ਜਾਂ ਸੁਣੇਗਾ। ਸੋ ਇਹ ਗੱਲ ਆਪਾਂ ਚਿੱਤ ਵਿੱਚ ਵਸਾ ਲੈਣੀ ਹੈ ਜੀ ਕਿ ਜਿੰਨਾ ਵੀ ਚਿਰ ਬੈਠੀਏ ਪੂਰਾ ਧਿਆਨ ਕੇਂਦਰਿਤ ਕਰਕੇ ਬੈਠੀਏ, ਇੱਕ ਵੀ ਬਚਨ, ਇੱਕ ਵੀ ਗੁਰੂ ਮਹਾਰਾਜ ਦਾ ਸ਼ਬਦ ਸਾਡੇ ਧਿਆਨ ਤੋਂ ਪਾਸਿਓਂ ਨਾ ਲੰਘ ਜਾਏ। ਬਸ ਇਹ ਸ਼ਰਤ ਹੈ ਸੁਣਨ ਦੀ। ਅੱਗੇ ਆਪਾਂ ਵੇਖਣਾ ਸੀ ਕਿ ਸੁਣਨ ਦੇ ਲਾਭ ਕੀ ਨੇ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਸੁਣਨ ਦੇ ਨਾਲ ਪਹਿਲੀ ਘਟਨਾ ਜਿਹੜੀ ਵਾਪਰਦੀ ਹੈ ਸਾਡੀ ਜ਼ਿੰਦਗੀ ਵਿੱਚ, ਉਹ ਹੁੰਦਾ ਹੈ ਜੀ ਅਸੀਂ ਭਗਤ ਬਣ ਜਾਂਦੇ ਹਾਂ। ਤੇ ਭਗਤ ਕਿਸੇ ਐਰਾ ਗੈਰਾ ਦੇ ਨਹੀਂ, ਸੱਚੇ ਪਰਮਾਤਮਾ ਦੇ, ਵਾਹਿਗੁਰੂ ਜੀ ਦੇ, ਜਿਹਦਾ ਨਾਮ ਸੁਣਦੇ ਹਾਂ, ਜਿਹਦੀ ਕਥਾ ਕਹਾਣੀ ਸੁਣਦੇ ਹਾਂ, ਆਪਾਂ ਉਸ ਦੇ ਭਗਤ ਬਣ ਜਾਂਦੇ ਹਾਂ ਜੇ ਚਿੱਤ ਲਾ ਕੇ ਸੁਣੀਏ ਤਾਂ। ਨਾਨਕ ਭਗਤਾਂ ਜਿਹੜੇ ਫਿਰ ਭਗਤ ਬਣ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਸਦਾ ਵਿਗਾਸ ਆ ਜਾਂਦਾ ਹੈ। ਵਿਗਾਸ ਦਾ ਮਤਲਬ ਹੁੰਦਾ ਜੀ ਖੇੜਾ, ਖੁਸ਼ਹਾਲੀ, ਖੁਸ਼ੀ, ਸੰਤੋਖ, ਸਬਰ, ਸਹਿਨਸ਼ੀਲਤਾ, ਸਹਿਜਤਾ, ਇਹ ਸਾਰੀਆਂ ਚੀਜ਼ਾਂ ਦਾ ਸੰਬੰਧ ਵਿਗਾਸ ਨਾਲ ਹੁੰਦਾ ਹੈ। ਉਹਨਾਂ ਭਗਤਾਂ ਦੇ ਮਨ ਵਿੱਚ, ਜ਼ਿੰਦਗੀ ਵਿੱਚ ਸਦਾ ਲਈ ਖੁਸ਼ੀ ਤੇ ਖੇੜੇ ਆ ਜਾਂਦੇ ਨੇ
ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਚਿੱਤ ਲਾ ਕੇ ਸੁਣਦੇ ਨੇ। ਤੁਸੀਂ ਜੀ ਸਮਝ ਲਈਏ ਗੱਲ, ਇਹ ਸਾਰੀਆਂ ਚੀਜ਼ਾਂ ਕੇਵਲ ਸੁਣਨ ਨਾਲ ਹੁੰਦੀਆਂ ਨੇ। ਅਜੇ ਸਾਨੂੰ ਕਰਨ ਲਈ ਕੁਝ ਨਹੀਂ ਆਖਿਆ ਗਿਆ, ਕੁਝ ਨਹੀਂ ਕਰਨਾ, ਸਿਰਫ ਚੁੱਪ ਕਰਨਾ ਹੈ ਤੇ ਸੁਣਨਾ ਹੈ। ਦੂਜੀ ਕੋਈ ਗੱਲ ਨਹੀਂ ਕਰਨੀ। ਕਈ ਵਾਰੀ ਲੋਕ ਕਹਿੰਦੇ ਨੇ ਜਦੋਂ ਤੁਸੀਂ ਕੀਰਤਨ ਹੁੰਦਾ ਹੋਵੇ ਨਾਲ ਨਾਲ ਅੰਦਰ ਵਾਹਿਗੁਰੂ ਵਾਹਿਗੁਰੂ ਬੋਲਦੇ ਰਹੋ। ਕੀਰਤਨ ਕਰਦੇ ਵਕਤ ਮੈਂ ਕਈ ਵਾਰੀ ਵੇਖਿਆ, ਆਪਣੇ ਤੇ ਬੜੀ ਮਿਹਰਬਾਨੀ ਹੈ ਮਹਾਰਾਜ ਜੀ ਦੀ, ਆਪਾਂ ਇਹਨਾਂ ਕਰਮ ਕਾਂਡਾਂ ਤੋਂ ਨਿਕਲ ਗਏ ਹਾਂ। ਕੀਰਤਨ ਹੋ ਰਿਹਾ ਹੁੰਦਾ, ਕਥਾ ਹੋ ਰਹੀ ਹੁੰਦੀ, ਲੋਕੀ ਨਾ ਗੁਟਕੇ ਲੈ ਕੇ ਬੈਠੇ ਹੁੰਦੇ ਨੇ, ਪਾਠ ਕਰ ਰਹੇ ਹੁੰਦੇ ਨੇ। ਵੀ ਤੁਸੀਂ ਕੀ ਕਰ ਰਹੇ ਹੋ? ਤੁਸੀਂ ਪਾਠ ਕਰ ਰਹੇ ਹੋ ਕਿ ਕੀਰਤਨ ਕਥਾ ਸੁਣ ਰਹੇ ਹੋ? ਦੋਵੇਂ ਚੀਜ਼ਾਂ ਤੁਹਾਡੀਆਂ ਗੁੰਮ ਜਾਣਗੀਆਂ, ਕੁਝ ਵੀ ਨਹੀਂ ਕਰ ਪਾਓਗੇ ਤੁਸੀਂ। ਇੱਕ ਚੀਜ਼, ਇੱਕ ਉੱਤੇ ਪੂਰਾ ਪੂਰਾ ਧਿਆਨ ਦਈਏ, ਇੱਕ ਉੱਤੇ ਪੂਰੀ ਪੂਰੀ ਤਵੱਜੋ ਲਗਾਈਏ। ਜੋ ਵੀ ਸੁਣੀਏ, ਕੀਰਤਨ ਸੁਣੀਏ, ਕਥਾ ਸੁਣੀਏ, ਪਾਠ ਸੁਣੀਏ ਜਾਂ ਗੁਟਕਾ ਲੈ ਕੇ ਆਪ ਪਾਠ ਕਰੀਏ, ਫਿਰ ਇਕਾਂਤ ਵਿੱਚ ਬੈਠੀਏ, ਕੀਰਤਨ ਦਰਬਾਰ ਵਿੱਚ ਨਹੀਂ। ਤੁਸੀਂ ਸਾਰਿਆਂ ਨੇ ਵੇਖਿਆ ਹੋਣਾ, ਦਰਬਾਰ ਸਾਹਿਬ ਜਦੋਂ ਵੀ ਆਪਾਂ ਜਾਂਦੇ ਹਾਂ, ਥੱਲੇ ਗੁਰੂ ਮਹਾਰਾਜ ਦੀ ਬਾਣੀ ਦਾ ਅੰਮ੍ਰਿਤ ਕੀਰਤਨ ਹੋ ਰਿਹਾ ਹੁੰਦਾ ਹੈ, ਉੱਤੇ ਗੈਲਰੀ ਹੈ ਜੀ ਉੱਥੇ ਬਣੀ, ਤੇ ਉਹਦੇ ਉੱਤੇ ਬੈਠੇ ਲੋਕ ਪਾਠ ਕਰ ਰਹੇ ਹੁੰਦੇ ਨੇ ਗੁਟਕੇ ਹੱਥਾਂ 'ਚ ਫੜ ਕੇ। ਭਲਾ ਕੀ ਤੁਸੀਂ ਸੋਚ ਸਕਦੇ ਹੋ ਕਿ ਇੱਕ ਬੰਦਾ ਇੱਕੋ ਵਕਤ ਦੋ ਚੀਜ਼ਾਂ ਤੇ ਧਿਆਨ ਦੇ ਸਕਦਾ ਹੈ? ਤੁਸੀਂ ਆਪ ਸੋਚਣਾ। ਜੇ ਤੇ ਇੱਕੋ ਵਕਤ ਦੋਹਾਂ ਚੀਜ਼ਾਂ ਤੇ ਅਸੀਂ ਪੂਰੀ ਤਵੱਜੋ ਦੇ ਸਕਦੇ ਹਾਂ, ਫਿਰ ਤੇ ਠੀਕ ਹੈ। ਤੇ ਜੇ ਐਸਾ ਕਦੀ ਹੋ ਹੀ ਨਹੀਂ ਸਕਦਾ, ਤੇ ਫਿਰ ਅਸੀਂ ਆਪਣੇ ਆਪ ਨੂੰ ਕਿਉਂ ਕੁਰਾਹੇ ਪਾਇਆ ਹੋਇਆ ਹੈ? ਸਾਨੂੰ ਨਹੀਂ ਪਾਉਣਾ ਚਾਹੀਦਾ। ਸਾਨੂੰ ਗੁਰੂ ਜੀ ਦੀ ਬਾਣੀ ਵਿੱਚੋਂ ਇਹ ਸਿੱਖਿਆਵਾਂ ਲੈਣੀਆਂ ਚਾਹੀਦੀਆਂ ਨੇ ਕਿ ਸਾਨੂੰ ਇੱਕੋ ਚੀਜ਼ ਉੱਤੇ ਚਿੱਤ ਲਾ ਕੇ ਉਹਨੂੰ ਸੁਣਨਾ ਚਾਹੀਦਾ ਹੈ। ਇੱਕ ਤੇ ਸੁਣਨ ਨਾਲ ਅਸੀਂ ਭਗਤ ਬਣ ਜਾਂਦੇ ਹਾਂ ਰੱਬ ਜੀ ਦੇ, ਦੂਸਰਾ ਸੁਣਨ ਦੇ ਨਾਲ ਭਗਤਾਂ ਦੇ ਜੀਵਨ ਵਿੱਚ ਵਿਗਾਸ ਆ ਜਾਂਦਾ ਹੈ। ਤੀਸਰਾ ਇੱਕ ਚੀਜ਼ ਹੋਰ ਹੁੰਦੀ ਹੈ ਜੀ, ਸੁਣਿਆ ਦੁੱਖ ਪਾਪ ਕਾ ਨਾਸ। ਸਾਰਿਆਂ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸਾਡੀ ਜ਼ਿੰਦਗੀ 'ਚ ਨਾ ਕੋਈ ਦੁੱਖ ਆਉਂਦਾ ਹੈ ਤੇ ਨਾ ਫਿਰ ਕੋਈ ਪਾਪ ਆਉਂਦਾ ਹੈ। ਦੁੱਖ ਤੇ ਪਾਪ ਨੂੰ ਆਪਾਂ ਥੋੜ੍ਹਾ ਜਿਹਾ ਸਮਝ ਲਈਏ, ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ, ਇੱਕ ਨਹੀਂ ਹਨ। ਜਿਹੜਾ ਪਾਪ ਹੁੰਦਾ ਹੈ ਨਾ ਜੀ, ਇਹ ਹੁੰਦਾ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਬਣਾਏ ਹੋਏ ਕਿਸੇ ਕਾਨੂੰਨ ਦੀ ਉਲੰਘਣਾ ਕਰਦੇ ਹਾਂ, ਉਸ ਨੂੰ ਪਾਪ ਆਖਦੇ ਨੇ। ਤੇ ਜਦੋਂ ਅਸੀਂ ਕੋਈ ਅਪਰਾਧ ਕਰਦੇ ਹਾਂ, ਉਹ ਅਪਰਾਧ ਹੁੰਦਾ ਹੈ ਜਦੋਂ ਅਸੀਂ ਆਪਣੇ ਹੀ ਮੁਲਕ ਦੇ ਆਪਣੇ ਦੁਆਰਾ ਹੀ ਬਣਾਏ ਹੋਏ ਜਿਹੜੇ ਸਿਵਲ ਕਾਨੂੰਨ ਹੁੰਦੇ ਨੇ, ਜਦੋਂ ਉਹਨਾਂ ਦੀ ਉਲੰਘਣਾ ਕਰਦੇ ਹਾਂ, ਉਦੋਂ ਅਸੀਂ ਅਪਰਾਧ ਕਰਦੇ ਹਾਂ। ਤੇ ਸਾਨੂੰ ਦੁੱਖ ਕਦੋਂ ਆਉਂਦਾ? ਜਦੋਂ ਅਸੀਂ ਅਪਰਾਧ ਕਰਦੇ ਹਾਂ। ਪਾਪ ਕਰਨ ਦੇ ਨਾਲ ਅਸਲ 'ਚ ਪਾਪ ਹੁੰਦਾ ਹੈ ਜਿਹੜਾ ਸਾਡੇ ਮਨ 'ਚ ਕਿਸੇ ਦੇ ਪ੍ਰਤੀ ਮਾੜਾ ਫੁਰਨਾ ਉੱਠਿਆ, ਉਸ ਨੂੰ ਪਾਪ ਆਖਦੇ ਨੇ। ਸਿੱਧੇ ਸ਼ਬਦਾਂ ਵਿੱਚ ਇਸ ਤਰ੍ਹਾਂ ਆਖੀਏ ਤੇ ਜ਼ਿਆਦਾ ਸਮਝ ਪੈ ਜਾਏਗੀ। ਸਾਡੇ ਮਨ ਵਿੱਚ ਫੁਰਨਾ ਉੱਠੇ ਕਿ ਕਿਸੇ ਦਾ ਨੁਕਸਾਨ ਕਰਨਾ ਹੈ, ਕਿਸੇ ਦਾ ਬਣਿਆ ਹੋਇਆ ਕੰਮ ਵਿਗਾੜ ਦੇਣਾ ਹੈ, ਕਿਸੇ ਦੇ ਉਹਦੀ ਇੱਜ਼ਤ ਦੇ ਖਿਲਾਫ ਕੋਈ ਗੱਲ ਕਰਨੀ ਹੈ। ਜਦੋਂ ਸਾਡੇ ਮਨ 'ਚ ਇਹੋ ਜਿਹਾ ਕੋਈ ਫੁਰਨਾ ਉੱਠੇ, ਸਮਝ ਲੈਣਾ ਮੇਰੇ ਮਨ 'ਚ ਪਾਪ ਕਰਮ ਜਾਗ ਗਿਆ ਹੈ। ਇਹ ਜਿਹੜਾ ਪਾਪ ਕਰਮ ਹੈ, ਇਸ ਪਾਪ ਕਰਮ ਨੂੰ ਦੁਨੀਆ ਨਹੀਂ ਵੇਖਦੀ, ਇਸ ਪਾਪ ਕਰਮ ਨੂੰ ਕਾਨੂੰਨ ਵੀ ਨਹੀਂ ਵੇਖਦਾ। ਕਾਨੂੰਨ ਨਹੀਂ ਪਕੜ ਸਕਦਾ ਕਿ ਮੇਰੇ ਮਨ ਵਿੱਚ ਆ ਰਿਹਾ ਸੀ ਕਿ ਮੈਂ ਕਿਸੇ ਦਾ ਨੁਕਸਾਨ ਕਰਨਾ ਹੈ। ਕਾਨੂੰਨ ਮੈਨੂੰ ਉਦੋਂ ਪਕੜੇਗਾ ਜਦੋਂ ਮੈਂ ਉਸ ਨੂੰ ਕਰ ਦਿਆਂਗਾ, ਤੇ ਜਦੋਂ ਉਹਨੂੰ ਮੈਂ ਕਰ ਦਿਆਂਗਾ ਉਦੋਂ ਪਾਪ ਨਹੀਂ ਰਹਿ ਜਾਏਗਾ, ਉਦੋਂ ਅਪਰਾਧ ਬਣ ਜਾਏਗਾ। ਤੇ ਅਪਰਾਧ ਹੋਣ ਦੇ ਨਾਲ ਦੁੱਖ ਆਉਂਦੇ ਨੇ। ਅਪਰਾਧ ਕੀਤਾ ਤੇ ਕਾਨੂੰਨ ਮੈਨੂੰ ਸਜ਼ਾ ਦੇਵੇਗਾ, ਉਹ ਦੁੱਖ ਰੂਪ ਵਿੱਚ ਮੈਨੂੰ ਭੁਗਤਣਾ ਪਵੇਗਾ। ਇਹ ਜੀ ਫਰਕ ਹੈ ਦੁੱਖ ਤੇ ਪਾਪ ਕੀ ਨੇ। ਅਸੀਂ ਸਰੀਰ ਕਰਕੇ ਵੀ ਦੁਖੀ ਹੁੰਨੇ ਆ
ਤੇ ਫਿਰ ਮਾਨਸਿਕ ਵੀ ਤੌਰ ਤੇ ਵੀ ਅਸੀਂ ਦੁਖੀ ਹੁੰਨੇ ਆ ਜਦੋਂ ਅਸੀਂ ਪਹਿਲਾਂ ਕੋਈ ਪਾਪ ਕਰਦੇ ਆ। ਜੇ ਪਾਪ ਨਾ ਕੀਤਾ ਜਾਏ ਤੇ ਦੁੱਖ ਦਾ ਕੋਈ ਕਾਰਨ ਨਹੀਂ ਫਿਰ ਬਾਕੀ ਰਹਿ ਜਾਂਦਾ। ਸੋ ਸੁਣਨ ਦੇ ਨਾਲ ਜਦੋਂ ਅਸੀਂ ਵਾਹਿਗੁਰੂ ਜੀ ਦਾ ਨਾਮ ਸੁਣਦੇ ਹਾਂ ਜੀ, ਉਦੋਂ ਹੁੰਦਾ ਕੀ ਏ, ਸਾਡੇ ਅੰਦਰ ਜਿਹੜੇ ਫੁਰਨੇ ਉੱਠਦੇ ਨੇ ਬਿਨਾਂ ਵਜ੍ਹਾ ਤੋਂ ਉਹ ਖਤਮ ਹੋ ਜਾਂਦੇ ਨੇ, ਫਿਰ ਉੱਠਦੇ ਹੀ ਨਹੀਂ ਹਨ। ਫੁਰਨੇ ਨਾ ਉੱਠਣਾ ਹੀ ਪਾਪਾਂ ਤੋਂ ਬਚ ਜਾਣਾ ਹੈ। ਜੇ ਬੰਦਾ ਪਾਪਾਂ ਤੋਂ ਬਚ ਗਿਆ ਤੇ ਉਹ ਅਪਰਾਧ ਨਹੀਂ ਕਰੇਗਾ। ਅਪਰਾਧ ਨਹੀਂ ਕਰੇਗਾ ਤੇ ਉਹਨੂੰ ਸਜ਼ਾ ਵੀ ਨਹੀਂ ਭੁਗਤਣੀ ਪੈਗੀ, ਉਹਨੂੰ ਦੁੱਖ ਵੀ ਨਹੀਂ ਆਉਣਗੇ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਇਹ ਸੁਣਨ ਦੇ ਲਾਭ ਨੇ, ਕੇਵਲ ਸੁਣਨ ਦੇ। ਸੋ ਆਪਾਂ ਜਦੋਂ ਵੀ ਆਈਏ ਗੁਰੂ ਚਰਨਾਂ ਵਿੱਚ ਬੈਠੀਏ, ਪੂਰੇ ਧਿਆਨ ਨਾਲ ਸੁਣੀਏ, ਪੂਰਾ ਮਨ ਜੋੜੀਏ। ਇਸ ਤਰ੍ਹਾਂ ਕਰਨ ਨਾਲ ਆ ਜਿਹੜੇ ਸੁਣਨ ਦੇ ਲਾਭ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੱਸੇ ਨੇ, ਇਹ ਸਾਨੂੰ ਪ੍ਰਾਪਤ ਹੋ ਜਾਣਗੇ। ਸੁਣਨ ਤੋਂ ਬਾਅਦ ਮੰਨਣਾ ਹੈ ਜੀ, ਇਹ ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਸਿਧਾਂਤ ਹੈ। ਸੁਣਨ ਤੋਂ ਬਾਅਦ ਅਸੀਂ ਸੁਣ ਤੇ ਲਿਆ ਪੂਰਾ ਧਿਆਨ ਦੇ ਕੇ, ਪੂਰੀ ਤਵੱਜੋ ਦੇ ਨਾਲ, ਪਰ ਉਸ ਨੂੰ ਮੰਨਿਆ ਨਾ, ਫਿਰ ਵੀ ਉਹ ਸੁਣੇ ਦਾ ਬਹੁਤਾ ਲਾਭ ਨਹੀਂ ਹੋਣਾ। ਹੋਏਗਾ ਤਾਂ ਜ਼ਰੂਰ ਕਦੀ ਨਾ ਕਦੀ ਮੰਨਣ ਲੱਗ ਪਵਾਂਗੇ ਜੇ ਸੁਣਦੇ ਰਵਾਂਗੇ ਤਾਂ। ਲੇਕਿਨ ਜੋ ਅਸੀਂ ਅੱਜ ਸੁਣਿਆ, ਉਸ ਅੱਜ ਸੁਣੇ ਦਾ ਸਾਨੂੰ ਪੂਰਾ ਲਾਭ ਤਾਂ ਹੋਣਾ ਹੈ ਜੇ ਅਸੀਂ ਅੱਜ ਦੇ ਸੁਣੇ ਨੂੰ ਮੰਨ ਲਿਆ। ਇਸ ਮੰਨ ਲੈਣ ਨੂੰ ਮੰਨਨ ਕਰਨਾ ਆਖਦੇ ਨੇ ਜੀ। ਭਾਈ ਕਾਹਨ ਸਿੰਘ ਜੀ ਨੇ ਇਸ ਨੂੰ ਮੰਨਨ ਸ਼ਬਦ ਲਿਖਿਆ ਹੋਇਆ ਹੈ। ਮੰਨਨ ਕਰਨਾ, ਜਿਵੇਂ ਗੁਰੂ ਸਾਹਿਬ ਨੇ ਲਿਖਿਆ ਨਾ, ਮੰਨੈ ਆਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨਣ ਨਾਲ, ਮੰਨ ਲੈਣ ਦੁਆਰਾ, ਮੰਨਨ ਕਰਨ ਨਾਲ। ਸੋ ਮੰਨਣ ਦੇ ਨਾਲ ਸਾਨੂੰ ਬਹੁਤ ਕੁਝ ਪ੍ਰਾਪਤ ਹੋਏਗਾ। ਅਸੀਂ ਥੋੜਾ ਜਿਹਾ ਮੰਨਣ ਉੱਤੇ ਵੀ ਧਿਆਨ ਦੇ ਲਈਏ ਕਿ ਮੰਨਣ ਕੀਤਾ ਕਿਵੇਂ ਜਾਂਦਾ ਹੈ। ਮੰਨਣ ਦੇ ਜਿਹੜੇ ਅੱਖਰੀ ਅਰਥ ਨੇ ਜੀ, ਇਹ ਹੁੰਦੇ ਨੇ ਵਿਚਾਰ ਕਰਨੇ। ਕਿਸੇ ਸ਼ਬਦ ਨੂੰ ਲੈ ਕੇ ਉਸ ਦੀ ਵਿਚਾਰ ਕਰਕੇ, ਉਸ ਦੀ ਗਹਿਰਾਈ ਤੱਕ ਪਹੁੰਚ ਕੇ ਉਸ ਨੂੰ ਜੀਵਨ ਵਿੱਚ ਅਪਣਾ ਲੈਣਾ, ਇਸ ਨੂੰ ਮੰਨਣ ਕਰਨਾ ਆਖਦੇ ਨੇ। ਇਸ ਮੰਨਣ ਦੇ 3 ਪੜਾਅ ਹੁੰਦੇ ਨੇ, 3 ਪੜਾਅ ਹੁੰਦੇ ਨੇ। ਇਹਨੂੰ ਧਿਆਨ 'ਚ ਰੱਖਣਾ ਜੀ ਤੁਸੀਂ, ਮੰਨਣ ਦੇ 3 ਪੜਾਵਾਂ ਨੂੰ। ਇਹਦਾ ਪਹਿਲਾ ਪੜਾਅ ਹੁੰਦਾ ਹੈ ਕਿ ਅਸੀਂ ਕੋਈ ਚੀਜ਼ ਸੁਣੀ, ਜਿਵੇਂ ਗੁਰੂ ਜੀ ਨੇ ਆਖਿਆ ਤੁਸੀਂ ਨਾਮ ਜਪਣਾ ਹੈ, ਤੇ ਅਸੀਂ ਗੁਰੂ ਜੀ ਤੋਂ ਸੁਣ ਕੇ ਹੁਣ ਇਸ ਨੂੰ ਮੰਨਣ ਕਰਨਾ ਹੈ। ਉਹਨਾਂ ਨੇ ਆਖਿਆ ਤੁਸੀਂ ਨਾਮ ਜਪਣਾ ਹੈ, ਤੇ ਪਹਿਲੀ ਅਵਸਥਾ ਵਿੱਚ ਅਸੀਂ ਨਾਮ ਜਪਾਂਗੇ ਬੋਲ ਬੋਲ ਕੇ। ਬੋਲਾਂਗੇ ਤੇ ਉਹ ਜਪ ਹੋਏਗਾ। ਇਸ ਤਰ੍ਹਾਂ ਬੋਲ ਬੋਲ ਕੇ ਅਸੀਂ ਨਾਮ ਜਪ ਕਰਨਾ ਹੈ। ਉਸ ਵਕਤ ਜਿਹੜਾ ਇਹ ਪਹਿਲਾ ਪੜਾਅ ਹੈ, ਇਹਦੇ ਵਿੱਚ ਸਾਡਾ ਸਰੀਰ ਤੇ ਸਾਡਾ ਮਨ ਦੋਵੇਂ ਇਕੱਠੇ ਕੰਮ ਕਰ ਰਹੇ ਹੋਣਗੇ। ਸਰੀਰ ਤੋਂ ਭਾਵ ਅਸੀਂ ਮੁਖ ਨਾਲ ਬੋਲਾਂਗੇ, ਸਾਡੀ ਜ਼ੁਬਾਨ ਹਿੱਲੇਗੀ, ਸਾਡਾ ਮੂੰਹ ਹਿੱਲੇਗਾ, ਤੇ ਉਹਦੇ ਵਿੱਚ ਮਨ ਵੀ ਸ਼ਾਮਲ ਹੋਵੇਗਾ ਕਿਤੇ ਨਾ ਕਿਤੇ, ਤਾਂ ਹੀ ਬੋਲਿਆ ਜਾਏਗਾ। ਜੇ ਮਨ ਬਿਲਕੁਲ ਸ਼ਾਮਲ ਨਾ ਹੋਵੇ ਤੇ ਬੋਲਿਆ ਨਹੀਂ ਜੀ ਜਾਂਦਾ। ਬੋਲਿਆ ਤਾਂ ਹੀ ਜਾਂਦਾ ਹੈ, ਮਨ ਬੇਸ਼ੱਕ ਥੋੜਾ ਸ਼ਾਮਲ ਹੋਵੇ, ਹੋਏਗਾ ਜ਼ਰੂਰ। ਸੋ ਇਹ ਪਹਿਲਾ ਤਾਲਿਓ ਦੇ ਵਿੱਚ ਮਨ ਤੇ ਸਰੀਰ ਦੋਵੇਂ ਸ਼ਾਮਲ ਹੋ ਕੇ ਇਕੱਠੇ ਮਿਲ ਕੇ ਕੰਮ ਕਰਦੇ ਨੇ ਕਿ ਉਹ ਜਪ ਬਣਦਾ ਹੈ, ਤੇ ਮੰਨਣ ਦੀ ਜਿਹੜੀ ਵਿਵਸਥਾ ਹੈ ਉਹ ਸ਼ੁਰੂ ਹੁੰਦੀ ਹੈ, ਪ੍ਰਾਰੰਭ ਹੁੰਦੀ ਹੈ। ਦੂਸਰਾ ਮੰਨਣ ਕਰਨ ਦਾ ਜਿਹੜਾ ਪੜਾਅ ਹੈ ਨਾ ਜੀ, ਉਹ ਹੁੰਦਾ ਹੈ ਬੋਲਦਿਆਂ ਬੋਲਦਿਆਂ ਅਸੀਂ ਇੰਨਾ ਅਭਿਆਸ ਪਕਾ ਲੈਂਦੇ ਹਾਂ ਉਸ ਸ਼ਬਦ ਦਾ ਕਿ ਉਹ ਸਾਡੇ ਮਨ ਵਿੱਚ ਹੋਣ ਲੱਗ ਪੈਂਦਾ ਹੈ। ਫਿਰ ਸਰੀਰ ਨੂੰ ਉੱਥੇ ਛੁੱਟੀ ਮਿਲ ਜਾਂਦੀ ਹੈ। ਸਰੀਰ ਦੀ ਹੁਣ ਲੋੜ ਨਹੀਂ, ਸਰੀਰ ਦੀ ਜ਼ਰੂਰਤ ਤਾਂ ਹੈ, ਮਤਲਬ ਸਰੀਰ ਹੁਣ ਕਰਮ ਨਹੀਂ ਕਰੇਗਾ।
ਸਰੀਰ ਰਵੇਗਾ, ਉਹਦੇ ਵਿੱਚ ਮਨ ਵੀ ਰਵੇਗਾ, ਲੇਕਿਨ ਹੁਣ ਸਰੀਰ ਕਰਮ ਨਹੀਂ ਕਰੇਗਾ। ਨਾ ਮੂੰਹ ਹਿੱਲੇਗਾ, ਨਾ ਜੀਭ ਹਿੱਲੇਗੀ, ਨਾ ਕੋਈ ਹੋਰ ਅੰਗ ਹਿੱਲੇਗਾ, ਲੇਕਿਨ ਮਨ ਹੀ ਮਨ। ਅਸੀਂ ਉਸ ਸ਼ਬਦ ਨੂੰ ਜਪਣਾ ਸ਼ੁਰੂ ਕਰ ਦਿਆਂਗੇ। ਇਹ ਮੰਨਣ ਦਾ ਦੂਸਰਾ ਪੜਾਅ ਹੁੰਦਾ ਹੈ। ਪਹਿਲੇ ਵਿੱਚ ਸਰੀਰ ਤੇ ਮਨ ਦੋਵੇਂ ਮਿਲ ਕੇ ਕੰਮ ਕਰਦੇ ਨੇ। ਦੂਜੇ ਪੜਾਅ ਵਿੱਚ ਸਰੀਰ ਦਾ ਕੰਮ ਪੂਰਾ ਹੋ ਜਾਂਦਾ, ਹੁਣ ਕੱਲਾ ਮਨ ਕੰਮ ਕਰਦਾ ਹੈ। ਤੇ ਜਿਹੜਾ ਤੀਜਾ ਪੜਾਅ ਹੈ ਨਾ ਜੀ, ਉਹ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ। ਉੱਥੇ ਮਨ ਵੀ ਚੁੱਪ ਕਰ ਜਾਂਦਾ ਹੈ। ਨਾ ਸਰੀਰ ਕੰਮ ਕਰਦਾ, ਨਾ ਮਨ ਕਰਦਾ, ਮਨ ਵੀ ਚੁੱਪ ਕਰ ਜਾਂਦਾ ਹੈ। ਉਹ ਜਿਹੜੀ ਇੱਕ ਗੂੰਜ ਬਣੀ ਸੀ ਨਾ, ਨਾਮ ਜਪ ਦੀ, ਸਿਮਰਨ ਦੀ, ਧਿਆਨ ਦੀ, ਜੋ ਵੀ ਉਹਨੂੰ ਨਾਮ ਦੇ ਲਵੋ, ਉਹ ਹੁਣ ਅੰਤਰ ਆਤਮੇ ਆਪਣੇ ਆਪ ਹੋ ਰਹੀ ਏ। ਆਪਾਂ ਕੇਵਲ ਉਸ ਨੂੰ ਸੁਣਨਾ ਹੈ। ਤੁਸੀਂ ਇਸ ਨੂੰ ਕਹਿੰਦੇ ਨੇ ਸਾਖਸ਼ੀ ਭਾਵ। ਤੁਸੀਂ ਸਾਖਸ਼ੀ ਬਣ ਕੇ ਉਸ ਨੂੰ ਹੁਣ ਸੁਣਨਾ ਹੈ। ਤੁਸੀਂ ਕਰਨਾ ਕੁਝ ਵੀ ਨਹੀਂ, ਤੁਹਾਡੇ ਮਨ ਨੇ ਵੀ ਚੁੱਪ ਕਰ ਜਾਣਾ ਹੈ। ਸੋ ਨਾ ਸਰੀਰ ਕਰਮ ਕਰੇਗਾ, ਨਾ ਮਨ ਕਰਮ ਕਰੇਗਾ। ਹੁਣ ਉਹ ਜਿਹੜੀ ਅਨਹਦ ਬਾਣੀ ਹੈ, ਜਿਹੜੀ ਇੱਕ ਗੂੰਜ ਪੈਦਾ ਹੋਈ ਸੀ, ਜਿਸ ਨੂੰ ਆਪਾਂ ਸਮਝਿਆ ਕਿ ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਉਹ ਜਿਹੜਾ ਹੈਗਾ ਨਾ, ਵਾਹਿਗੁਰੂ ਜੀ ਦੇ ਬਣਾਏ ਹੋਏ ਇਸ ਅਨਹਦ ਸ਼ਬਦ ਦੀ ਜਿਹੜੀ ਰੌਂ ਏ, ਉਹ ਚੱਲਣ ਲੱਗ ਪੈਂਦੀ ਹੈ। ਤੇ ਫਿਰ ਕੇਵਲ ਉਸ ਨੂੰ ਤੁਸੀਂ ਸਾਖਸ਼ੀ ਭਾਵ ਦੇ ਨਾਲ ਸੁਣਦੇ ਹੋ, ਤੁਸੀਂ ਕਰਦੇ ਕੁਝ ਨਹੀਂ। ਸੋ ਇਹਦਾ ਇੱਕ ਮਤਲਬ ਹੋਰ ਨਿਕਲ ਆਉਂਦਾ ਹੈ ਜੀ ਮੰਨਣ ਦਾ, ਜਿੱਥੇ ਮਨ ਨਾ ਰਹਿ ਜਾਏ। ਮਨ ਨਾ, ਹੁਣ ਮਨ ਕੋਈ ਫੁਰਨੇ ਨਹੀਂ ਉਠਾਉਂਦਾ, ਮਨ ਵਿਚਾਰਾਂ ਨਹੀਂ ਕਰਦਾ, ਮਨ ਸੋਚਾਂ ਨਹੀਂ ਸੋਚਦਾ, ਮਨ ਚੁੱਪ ਕਰ ਗਿਆ, ਮਨ ਨਹੀਂ ਰਿਹਾ, ਮਨਨ ਹੋ ਗਿਆ, ਮਨ ਨਾ ਹੋ ਗਿਆ, ਮਨ ਚੁੱਪ ਕਰ ਗਿਆ। ਬਸ ਉਸ ਬਾਣੀ ਨੂੰ, ਅਨਹਦ ਬਾਣੀ ਨੂੰ ਲਗਾਤਾਰ ਧਿਆਨ ਦੇ ਕੇ ਸਾਖਸ਼ੀ ਭਾਵ ਦੇ ਨਾਲ ਉਸ ਨੂੰ ਸੁਣਦੇ ਰਹਿਣਾ, ਇਹ ਮੰਨਨ ਹੋਣਾ ਹੈ ਜੀ। ਅਸੀਂ ਦੋ ਤਰ੍ਹਾਂ ਨਾਲ ਗਤੀ ਕਰਦੇ ਹਾਂ। ਜੇ ਤੁਸੀਂ ਕਿਸੇ ਨਦੀ ਵਿੱਚ ਉਤਰੋ, ਕਿਸੇ ਸਰੋਵਰ ਵਿੱਚ ਉਤਰੋ, ਇੱਕ ਤੇ ਅਸੀਂ ਤੈਰ ਕੇ ਅੱਗੇ ਨੂੰ ਜਾਂਦੇ ਹਾਂ, ਆਪਣਾ ਸਥਾਨ ਛੱਡ ਕੇ ਅੱਗੇ ਨੂੰ ਜਾਂਦੇ ਹਾਂ, ਸੱਜੇ ਜਾਂਦੇ ਹਾਂ, ਖੱਬੇ ਜਾਂਦੇ ਹਾਂ। ਅਸੀਂ ਇੱਕ ਸ਼ਬਦ ਲਿਆ, ਉਸ ਸ਼ਬਦ ਨੂੰ ਵਿਚਾਰਨਾ ਪ੍ਰਾਰੰਭ ਕੀਤਾ, ਤੇ ਵਿਚਾਰਦਿਆਂ ਵਿਚਾਰਦਿਆਂ ਉਹ ਸ਼ਬਦ ਤਾਂ ਉੱਥੇ ਹੀ ਰਹਿ ਗਿਆ, ਲੇਕਿਨ ਉਹ ਸ਼ਬਦ ਦੇ ਵਿੱਚੋਂ ਹੋਰ ਬਹੁਤ ਸਾਰੀਆਂ ਸ਼ਾਖਾਵਾਂ ਨਿਕਲ ਆਈਆਂ। ਅਸੀਂ ਸੱਜੇ ਨੂੰ ਦੌੜ ਗਏ, ਅਸੀਂ ਖੱਬੇ ਨੂੰ ਦੌੜ ਗਏ। ਮਿਸਾਲ ਦੇ ਤੌਰ ਤੇ ਜੇ ਅਸੀਂ ਇਸ ਫੋਨ ਦੀ ਗੱਲ ਕਰ ਲਈਏ, ਸਾਡਾ ਅੱਜ ਦਾ ਵਿਸ਼ਾ ਮੰਨੋ ਅਸੀਂ ਫੋਨ ਤੇ ਗੱਲ ਕਰਨੀ, ਇਹਦੇ ਤੇ ਵਿਚਾਰ ਕਰਨੀ ਹੈ। ਸ਼ਬਦ ਹੈ ਫੋਨ। ਜਦੋਂ ਅਸੀਂ ਇਹਦੇ ਤੇ ਵਿਚਾਰ ਕਰਨੀ ਹੈ ਨਾ ਜੀ, ਇਹ ਫੋਨ ਸ਼ਬਦ ਉੱਥੇ ਹੀ ਕਿਤੇ ਰਹਿ ਜਾਣਾ ਹੈ। ਅਸੀਂ ਹੋਰ ਪਾਸੇ ਨਿਕਲ ਜਾਵਾਂਗੇ। ਕੋਈ ਆਖੇਗਾ ਜੀ ਅੱਜ ਤੇ ਫੋਨ ਨਾਲ ਅਸੀਂ ਫੇਸ ਟਾਈਮ ਵੀ ਕਰ ਸਕਦੇ ਹਾਂ, ਕੋਈ ਆਖੇਗਾ ਜੀ ਅਸੀਂ ਸਰਚ ਵੀ ਕਰ ਸਕਦੇ ਹਾਂ, ਕੋਈ ਆਖੇਗਾ ਜੀ ਅਸੀਂ ਮੂਵੀ ਵੀ ਵੇਖ ਸਕਦੇ ਹਾਂ, ਕੋਈ ਆਖੇਗਾ ਅਸੀਂ ਆਡੀਓ ਵੀਡੀਓ ਵੀ ਸੁਣ ਸਕਦੇ ਹਾਂ। ਫੋਨ ਪਿੱਛੇ ਹੀ ਰਹਿ ਜਾਣਾ ਹੈ ਤੇ ਵਿਚਾਰਾਂ ਇਸ ਤਰ੍ਹਾਂ ਸਾਈਡਾਂ ਨੂੰ ਨਿਕਲ ਜਾਣੀਆਂ ਨੇ ਬਹੁਤ ਸਾਰੀਆਂ। ਇਹ ਹੁੰਦਾ ਹੈ ਜੀ ਦਰਿਆ ਵਿੱਚ ਤਰਨਾ, ਵਿਚਾਰ ਕਰਨਾ। ਅਸੀਂ ਆਪਣੀ ਜਗ੍ਹਾ ਛੱਡ ਕੇ ਅੱਗੇ ਪਿੱਛੇ ਦੌੜ ਜਾਂਦੇ ਹਾਂ। ਦੂਸਰਾ ਹੁੰਦਾ ਹੈ ਜੀ ਉਹਦੀ ਗਹਿਰਾਈ ਵਿੱਚ ਜਾਣਾ। ਸ਼ਬਦ ਉਹ ਹੀ ਹੈ ਜਿਵੇਂ ਵਾਹਿਗੁਰੂ ਹੈ, ਤੇ ਅਸੀਂ ਵਾਹਿਗੁਰੂ ਸ਼ਬਦ ਤੇ ਵਿਚਾਰ ਕਰਨੀ ਸ਼ੁਰੂ ਕੀਤੀ, ਤੇ ਅਸੀਂ ਵਾਹਿਗੁਰੂ ਸ਼ਬਦ ਨੂੰ ਛੱਡ ਕੇ ਇੱਧਰ ਉੱਧਰ ਦੌੜ ਗਏ ਜੀ। ਵਾਹਿਗੁਰੂ ਨੇ ਸ੍ਰਿਸ਼ਟੀ ਬਣਾਈ, ਉਹਨੇ ਕਿਵੇਂ ਬਣਾਈ, ਉਹ ਸਾਡੀ ਪਾਲਣਾ ਕਰਦਾ ਹੈ ਕਿਵੇਂ ਕਰਦਾ ਹੈ, ਸਾਨੂੰ ਜੀਵਨ ਦਿੱਤਾ ਹੈ ਕਿਵੇਂ ਦਿੱਤਾ ਹੈ। ਅਸੀਂ ਕਿੰਨੀਆਂ ਚੀਜ਼ਾਂ ਸੋਚ ਸਕਦੇ ਹਾਂ, ਬੁਢੇਪਾ ਹੈ, ਜਵਾਨੀ ਹੈ, ਬਚਪਨਾ ਹੈ, ਉਮਰ ਹੈ, ਬੜਾ ਕੁਝ। ਤੇ ਵਾਹਿਗੁਰੂ ਸ਼ਬਦ ਉੱਥੇ ਹੀ ਰਹਿ ਜਾਣਾ ਹੈ। ਅਸੀਂ ਇੱਧਰ ਉੱਧਰ ਦੌੜ ਜਾਵਾਂਗੇ, ਲੇਕਿਨ ਉਸ ਦੀ ਗਹਿਰਾਈ ਵਿੱਚ ਉਤਰਨਾ, ਪਾਣੀ ਵਿੱਚ ਤੈਰਨਾ ਇੱਕ ਗੱਲ ਏ,
ਤੇ ਪਾਣੀ ਵਿੱਚ ਡੁਬਕੀ ਲਗਾਣੀ ਦੂਸਰੀ ਗੱਲ ਏ, ਗਹਿਰਾਈ ਵਿੱਚ ਜਾਣਾ। ਸੋ ਜਦੋਂ ਆਪਾਂ ਵਾਹਿਗੁਰੂ ਸ਼ਬਦ ਦੀ ਗਹਿਰਾਈ ਵਿੱਚ ਜਾਵਾਂਗੇ, ਉਦੋਂ ਅਸੀਂ ਇੱਧਰ ਉੱਧਰ ਨਹੀਂ ਦੌੜਾਂਗੇ, ਸਗੋਂ ਹੋਏਗਾ ਕਿ ਅਸੀਂ ਉਸ ਵਾਹਿਗੁਰੂ ਸ਼ਬਦ ਦਾ ਮਨਨ ਕਰਾਂਗੇ। ਇਹ ਹੈ ਜੀ ਮੰਨਣ ਦਾ ਅਸਲੀ ਭਾਵ। ਮਨਨ ਕਰਨਾ ਹੈ, ਵਾਹਿਗੁਰੂ ਦਾ ਧਿਆਨ ਕਰਦੇ ਹੋਏ ਵਾਹਿਗੁਰੂ ਦਾ ਜਪ ਕਰਨਾ, ਸਰੀਰ ਤੇ ਮਨ ਦੋਵਾਂ ਨੂੰ ਸ਼ਾਮਲ ਕਰਨਾ। ਦੂਸਰੇ ਨੰਬਰ ਤੇ ਸਰੀਰ ਦਾ ਕੰਮ ਪੂਰਾ ਹੋ ਗਿਆ, ਹੁਣ ਕੱਲਾ ਮਨ ਕਰੇਗਾ। ਤੀਸਰੇ ਨੰਬਰ ਤੇ ਮਨ ਵੀ ਚੁੱਪ ਕਰ ਜਾਏਗਾ। ਹੁਣ ਅਸੀਂ ਵਾਹਿਗੁਰੂ ਸ਼ਬਦ ਦੀ ਗਹਿਰਾਈ ਵਿੱਚ ਜਾ ਰਹੇ ਹਾਂ, ਨਾ ਕਿ ਉਹਦੇ ਉੱਤੇ ਵਿਚਾਰ ਕਰ ਰਹੇ ਹਾਂ। ਸੋ ਉਸ ਦੀ ਗਹਿਰਾਈ ਵਿੱਚ ਜਾਣਾ, ਇਹ ਹੁੰਦਾ ਜੀ ਮਨਨ ਕਰਨਾ। ਤੇ ਗੁਰੂ ਸਾਹਿਬ ਜੀ ਨੇ ਆਖਿਆ, ਜਿਹੜੇ ਲੋਕ ਮਨਨ ਕਰਦੇ ਨੇ, ਜਿਹੜੇ ਲੋਕ ਸੁਣੀ ਹੋਈ ਗੱਲ ਨੂੰ ਮੰਨ ਲੈਂਦੇ ਨੇ, ਆਪਣੇ ਜੀਵਨ ਵਿੱਚ ਅਪਣਾ ਲੈਂਦੇ ਨੇ, ਉਹਨਾਂ ਦੀ ਦਸ਼ਾ ਕੀ ਏ? ਮੰਨੇ ਕੀ ਗਤ ਕਹੀ ਨਾ ਜਾਏ। ਮੰਨੇ ਕੀ ਗਤ ਦਾ ਮਤਲਬ ਜੀ ਜਿਸ ਨੇ ਮਨਨ ਕਰ ਲਿਆ, ਵਿਚਾਰਾਂ ਨਹੀਂ ਕੀਤੀਆਂ, ਗਹਿਰਾਈ ਵਿੱਚ ਉਤਰ ਗਿਆ। ਤੇ ਇੱਕ ਗੱਲ ਹੋਰ ਵੀ ਧਿਆਨ ਰੱਖਣ ਯੋਗ ਹੈ ਕਿ ਵਿਚਾਰਾਂ ਕਰਨ ਤੋਂ ਬਿਨਾਂ ਗਹਿਰਾਈ ਵੀ ਨਹੀਂ ਜੇ ਆਉਂਦੀ, ਉਹ ਪਹਿਲਾ ਪੜਾਅ ਹੈ ਨਾ, ਦੂਸਰਾ ਗਹਿਰਾਈ ਦਾ ਹੈ। ਪਰ ਇਹ ਨਾ ਹੋਵੇ ਕਿ ਅਸੀਂ ਸਾਰੀ ਜ਼ਿੰਦਗੀ ਵਿਚਾਰਾਂ ਤੇ ਹੀ ਲਾ ਦਈਏ ਤੇ ਥੱਲੇ ਨੂੰ ਜਾਈਏ ਹੀ ਨਾ। ਇਹ ਗੱਲ ਵੀ ਧਿਆਨ 'ਚ ਰੱਖਣ ਗੋਚਰੀ ਹੈ। ਵਿਚਾਰ ਜ਼ਰੂਰ ਕਰਨੀ ਹੈ, ਕਿਉਂਕਿ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ। ਲੇਕਿਨ ਵਿਚਾਰ ਕਹਿ ਕੀ ਰਹੀ ਹੈ? ਵਿਚਾਰ ਦੇ ਵਿੱਚੋਂ ਸਿੱਟਾ ਜਾਂ ਨਤੀਜਾ ਕੀ ਨਿਕਲਦਾ? ਗਹਿਰਾਈ ਵਿੱਚ ਜਾਓ। ਗਹਿਰਾਈ ਵਿੱਚ ਜਾਣਾ ਹੈ ਮਨਨ ਕਰਨਾ। ਜਿਸ ਬੰਦੇ ਨੇ ਮਨਨ ਕਰ ਲਿਆ, ਗੱਲ ਨੂੰ ਸੁਣ ਕੇ ਮੰਨ ਲਿਆ, ਉਸ ਦੇ ਸੰਬੰਧ ਵਿੱਚ ਸਤਿਗੁਰੂ ਜੀ ਨੇ ਆਖਿਆ, ਜਿਨਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ। ਜਿਨ੍ਹਾਂ ਨੇ ਗੁਰੂ ਜੀ ਦੇ ਬਚਨ ਨੂੰ ਸੁਣ ਲਿਆ, ਪਹਿਲਾਂ ਧਿਆਨ ਦੇ ਕੇ ਉਸ ਦੇ ਉੱਤੇ ਵਿਚਾਰ ਵੀ ਕਰ ਲਈ ਤੇ ਫਿਰ ਉਸ ਨੂੰ ਮੰਨਣ ਦੀ ਪ੍ਰਕਿਰਿਆ ਵਿੱਚੋਂ ਲੰਘਾਇਆ। ਜਦੋਂ ਉਸ ਨੂੰ ਮੰਨ ਲਿਆ, ਜਿਨ੍ਹਾਂ ਨੇ ਮੰਨ ਲਿਆ, ਤਿੰਨਾਂ ਨਿਜ ਘਰ ਵਾਸ, ਉਹਨਾਂ ਦਾ ਨਿਵਾਸ ਜਿਹੜਾ ਆਪਣੇ ਸਵੈ ਸਵਰੂਪ ਵਿੱਚ ਹੋ ਜਾਂਦਾ ਹੈ। ਸਵੈ ਸਵਰੂਪ ਵਿੱਚ ਉਹਨਾਂ ਦਾ ਨਿਵਾਸ ਹੋ ਜਾਂਦਾ। ਜਿਹੜੇ ਲੋਕ ਸੁਣ ਕੇ ਮੰਨ ਲੈਂਦੇ ਨੇ, ਮਨਨ ਕਰ ਲੈਂਦੇ ਨੇ, ਜਿੱਥੇ ਮਨ ਨਹੀਂ ਰਹਿ ਜਾਂਦਾ, ਸਿਰਫ ਉਹ ਸ਼ਬਦ ਹੀ ਰਹਿ ਜਾਂਦਾ ਜਿਸ ਨੂੰ ਗੁਰੂ ਜੀ ਨੇ ਅਨਹਦ ਆਖਿਆ। ਵੈਸੇ ਮਹਾਂਪੁਰਸ਼ਾਂ ਦਾ ਵਿਚਾਰ ਹੈ ਜੀ, ਇੱਕ ਸਮਾਂ ਆਉਂਦਾ, ਇੱਕ ਅਵਸਥਾ ਆਉਂਦੀ ਏ, ਉੱਥੇ ਅਨਹਦ ਵੀ ਖਤਮ ਹੋ ਜਾਂਦਾ ਹੈ। ਉੱਥੇ ਕੋਈ ਬਾਕੀ ਚੀਜ਼ ਰਹਿ ਨਹੀਂ ਜਾਂਦੀ, ਨਾ ਸਾਖਸ਼ੀ ਭਾਵ ਰਹਿੰਦਾ ਹੈ, ਨਾ ਸੁਣਨ ਵਾਲਾ, ਨਾ ਸੁਣਾਉਣ ਵਾਲਾ, ਕੁਝ ਵੀ ਨਹੀਂ ਰਹਿ ਜਾਂਦਾ। ਉੱਥੇ ਬਿਲਕੁਲ ਸੁੰਨ ਹੁੰਦੀ ਹੈ। ਉਸ ਸੁੰਨ ਦੇ ਵਿੱਚ ਪਰਮਾਤਮਾ ਦਾ ਦੀਦਾਰ ਹੁੰਦਾ ਹੈ, ਉਸ ਸੁੰਨ ਦੇ ਵਿੱਚ। ਸੋ ਸਾਡਾ ਜਿਹੜਾ ਮਕਸਦ ਹੈ ਨਾ ਜੀ ਜ਼ਿੰਦਗੀ ਦਾ, ਉਹ ਉੱਥੇ ਪਹੁੰਚਣਾ ਹੈ, ਉਸ ਤੋਂ ਪਹਿਲਾਂ ਨਹੀਂ ਰੁਕਣਾ। ਆਪਾਂ ਸਾਰੇ ਯਾਤਰੀ ਹਾਂ, ਕੋਈ ਅੱਗੇ ਤੁਰਿਆ ਜਾ ਰਿਹਾ ਹੈ, ਕੋਈ 10 ਕਦਮ ਪਿੱਛੇ ਤੁਰਿਆ ਆ ਰਿਹਾ ਹੈ, ਕੋਈ 10 ਕਦਮ ਹੋਰ ਅੱਗੇ ਜਾ ਰਿਹਾ ਹੈ। ਆਪਾਂ ਸਾਰੇ ਹੀ ਯਾਤਰੀ ਹਾਂ। ਜਿੰਨੇ ਸਤ ਸੰਗਤ ਵਿੱਚ ਜਿੰਨੇ ਆਪਾਂ ਲੋਕ ਬੈਠਦੇ ਹਾਂ, ਆਪਾਂ ਸਭ ਯਾਤਰੀ ਹਾਂ। ਬਸ ਇੰਨਾ ਹੀ ਫਰਕ ਹੈ, ਕੋਈ ਥੋੜਾ ਪਹਿਲਾਂ ਤੁਰ ਪਿਆ ਸੀ ਤੇ ਉਹ ਅੱਗੇ ਅੱਗੇ ਜਾਂਦਾ ਪਿਆ, ਕੋਈ ਮੇਰੇ ਵਰਗਾ ਵਿਚਾਰਾਂ ਹੀ ਕਰਦਾ ਰਿਹਾ ਸੀ, ਤੁਰਨਾ ਬਾਅਦ ਵਿੱਚ ਸ਼ੁਰੂ ਕੀਤਾ, ਉਹ ਪਿੱਛੇ ਪਿੱਛੇ ਆ ਰਿਹਾ। ਤੁਸੀਂ ਅੱਗੇ ਹੋ, ਮੈਂ ਪਿੱਛੇ ਪਿੱਛੇ ਆ ਰਿਹਾ ਤੁਹਾਡੇ। ਪਰ ਹਾਂ, ਆਪਾਂ ਸਾਰੇ ਯਾਤਰੀ। ਉਸ ਤੋਂ ਪਹਿਲਾਂ ਰੁਕਣਾ ਨਹੀਂ ਜੀ, ਗੱਲ ਇਹ ਹੈ। ਉਸ ਤੋਂ ਪਹਿਲਾਂ ਨਹੀਂ ਰੁਕਣਾ, ਸੁੰਨ ਵਿੱਚ ਪਹੁੰਚਣ ਤੋਂ ਪਹਿਲਾਂ ਚੱਲਦੇ ਜਾਣਾ। ਤੇ ਜਦੋਂ ਆਪਾਂ ਚੱਲਦੇ ਹਾਂ ਨਾ ਜੀ, ਉਦੋਂ ਕਈ ਘਟਨਾਵਾਂ ਵਾਪਰਦੀਆਂ ਨੇ ਸਾਡੇ ਸਫ਼ਰ ਵਿੱਚ, ਚੰਗੀਆਂ ਵੀ ਤੇ ਮਾੜੀਆਂ ਵੀ, ਦੋਵੇਂ ਤਰ੍ਹਾਂ ਦੀਆਂ। ਸਾਨੂੰ ਸਾਥ ਚੰਗਾ ਵੀ ਮਿਲ ਜਾਂਦਾ ਸਫ਼ਰ ਵਿੱਚ ਤੁਰਦਿਆਂ ਤੁਰਦਿਆਂ, ਤੇ ਨਾ ਚੰਗਾ ਵੀ। ਦੋਵੇਂ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਦੀ ਪਰਵਾਹ ਨਹੀਂ ਕਰਨੀ।
ਕਿਸੇ ਨੂੰ ਵੀ ਫੜ ਕੇ ਨਹੀਂ ਬਹਿ ਜਾਣਾ ਵੀ ਇਹ ਚੰਗਾ ਨਹੀਂ ਸਾਥੀ ਮੈਨੂੰ ਮਿਲਿਆ ਰਸਤੇ ਵਿੱਚ, ਉਹਨੂੰ ਫੜ ਕੇ ਬਹਿ ਜਾਾਂਗੇ ਤੇ ਦੁਖੀ ਹੋਵਾਂਗੇ। ਜੇ ਤੁਰਦੇ ਰਵਾਂਗੇ ਉਹਨੇ ਆਪਣੇ ਪੜਾਅ ਤੇ ਆਪੇ ਹੀ ਪਰਾਂ ਨੂੰ ਚਲੇ ਜਾਣਾ, ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਣੀ ਫਿਰ। ਸੋ ਯਾਤਰੀ ਦਾ ਇਹ ਇੱਕ ਪੱਕਾ ਅਸੂਲ ਹੈ ਕਿ ਜਿਹੜੇ ਸੱਚੇ ਰਾਹੀ ਹੁੰਦੇ ਨੇ ਉਹ ਆਪਣੇ ਰਸਤੇ ਤੋਂ ਭਟਕਦੇ ਨਹੀਂ, ਰਸਤਾ ਛੱਡਦੇ ਨਹੀਂ, ਉਹ ਤੁਰੇ ਜਾਂਦੇ ਨੇ, ਆਪਣੀ ਮੰਜ਼ਿਲ ਵੱਲ ਵੱਧਦੇ ਹੀ ਜਾਂਦੇ ਨੇ। ਰਸਤੇ ਵਿੱਚ ਜੋ ਵੀ ਆਵੇ ਉਹਦੀ ਪਰਵਾਹ ਨਹੀਂ। ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹ ਕੇ ਵੇਖੋ, ਉਹਨਾਂ ਨੇ ਜਦੋਂ ਤੋਂ ਸ਼ੁਰੂ ਕੀਤਾ ਇਹ ਜਿਹੜਾ ਅਧਿਆਤਮ ਮਾਰਗ ਤੇ ਆਪ ਤੇ ਉਹ ਜਨਮ ਤੋਂ ਵੀ ਪਹਿਲਾਂ ਦੇ ਚੱਲੇ ਹੋਏ ਸਨ। ਮਨੁੱਖਤਾ ਨੂੰ ਜਦੋਂ ਤੋਰਨਾ ਸ਼ੁਰੂ ਕੀਤਾ ਉਹਨਾਂ ਨੇ, ਉਦੋਂ ਤੋਂ ਲੈ ਕੇ ਤੇ ਅੱਜ ਤੱਕ ਉਹ ਰੁਕੇ ਨਹੀਂ। ਤੁਸੀਂ ਆਖੋਗੇ ਅੱਜ ਤੱਕ ਕਿਵੇਂ? ਉਹਨਾਂ ਨੇ ਆਪਣੀ ਥਾਂ ਭਾਈ ਲਹਿਣਾ ਜੀ ਨੂੰ ਨਿਯਤ ਕੀਤਾ ਤੇ ਇਸ ਤਰ੍ਹਾਂ ਕਹਿ ਸਕਦੇ ਹਾਂ, ਭਾਈ ਲਹਿਣਾ ਜੀ ਗੁਰੂ ਨਾਨਕ ਬਣ ਕੇ ਅੱਗੇ ਤੁਰ ਪਏ। ਇਸ ਤਰ੍ਹਾਂ 10 ਗੁਰੂ ਸਾਹਿਬਾਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਗੁਰੂ ਨਾਨਕ ਸਾਹਿਬ ਹੀ ਅੱਗੇ ਉਸ ਰਾਹ ਤੇ ਸਾਨੂੰ ਤੋਰਦੇ ਰਹੇ। ਤੇ ਅਖੀਰ 10ਵੇਂ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਦੇ ਲੜ ਲਗਾ ਕੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਹੋ ਹੀ ਰਸਤਾ ਵਿਖਾ ਰਹੇ ਨੇ ਜਿਹੜਾ ਰਸਤਾ ਕਦੀ ਸਾਨੂੰ ਗੁਰੂ ਨਾਨਕ ਸਾਹਿਬ ਵਿਖਾਉਂਦੇ ਹੁੰਦੇ ਸਨ। ਸੋ ਗੁਰੂ ਨਾਨਕ ਇੱਥੇ ਹੀ ਹਨ, ਉਹਨਾਂ ਨੇ ਸਾਡੀ ਬਾਹ ਫੜੀ ਏ ਤੇ ਸਾਡੀ ਬਾਹ ਫੜ ਕੇ ਸਾਨੂੰ ਨਾਲ ਲਿਜਾ ਰਹੇ ਨੇ। ਬਸ ਆਪਾਂ ਰਸਤੇ ਤੋਂ ਭਟਕਣਾ ਨਹੀਂ। ਰਸਤੇ ਵਿੱਚ ਮਾੜਾ ਸਾਥ ਮਿਲ ਜਾਏ, ਚੰਗਾ ਮਿਲ ਜਾਏ, ਉਹਦੀ ਫਿਕਰ ਨਾ ਕਰੋ, ਬਸ ਚੱਲਦੇ ਰਹੋ। ਆਪਣੇ ਥਾਂ ਤੇ ਟਿਕਾਣੇ ਤੇ ਜਾ ਕੇ ਮਾੜੇ ਵੀ ਤੇ ਚੰਗੇ ਵੀ ਆਪੇ ਹੀ ਪਾਸੇ ਹਟ ਜਾਣੇ ਨੇ। ਆਪਣਾ ਰਸਤਾ ਆਪਾਂ ਸਿੱਧਾ ਰੱਖਣਾ। ਮੰਨੇ ਕੀ ਗਤ ਕਹੀ ਨਾ ਜਾਏ, ਜਿਸ ਮਨੁੱਖ ਨੇ ਮਨਨ ਕਰ ਲਿਆ ਉਸ ਦੀ ਉੱਚੀ ਆਤਮਿਕ ਅਵਸਥਾ ਦਾ ਫਿਰ ਬਿਆਨ ਨਹੀਂ ਜੀ ਕੀਤਾ ਜਾ ਸਕਦਾ ਕਿਸੇ ਕੋਲੋਂ ਵੀ। ਜੇ ਕੋ ਕਹੈ ਪਿਛੈ ਪਛਤਾਏ, ਜੇ ਕੋਈ ਆਖ ਵੀ ਦੇਵੇ ਕਿ ਮੈਨੂੰ ਪਤਾ ਇਹਦੀ ਅਵਸਥਾ ਇੰਨੀ ਕੁ ਏ, ਉਸ ਨੂੰ ਪਛਤਾਣਾ ਪਵੇਗਾ, ਕਿਉਂਕਿ ਉਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਦੀ ਗਤੀ ਨੂੰ ਪੂਰਨ ਤੌਰ ਤੇ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਅੱਜ ਕੋਈ ਬੰਦਾ ਦਾਅਵਾ ਕਰੇ ਕਿ ਮੈਂ ਗੁਰੂ ਨਾਨਕ ਸਾਹਿਬ ਬਾਰੇ ਜੋ ਕੁਝ ਕਹਿ ਦਿੱਤਾ ਬਸ ਇੰਨਾ ਹੀ ਏ, ਉਹਨੂੰ ਬਾਅਦ ਵਿੱਚ ਪਛਤਾਣਾ ਪਵੇਗਾ ਜਦੋਂ ਉਹ ਥੋੜਾ ਜਿਹਾ ਆਪਣੀ ਇਸ ਅਵਸਥਾ ਤੋਂ ਉੱਚਾ ਉੱਠੇਗਾ। ਤੁਸੀਂ ਕਈ ਵਾਰੀ ਮਸਕੀਨ ਜੀ ਨੂੰ ਬਹੁਤ ਵਾਰੀ ਇਹ ਸੁਣਿਆ ਹੋਏਗਾ ਤੁਸੀਂ ਕਿ ਉਹ ਇਹ ਬਚਨ ਕਰਦੇ ਨੇ, ਕਈ ਵਾਰੀ ਕਰਦੇ ਨੇ। ਉਹ ਕਹਿੰਦੇ ਨੇ ਅੱਜ ਤੋਂ 10-20 ਸਾਲ ਪਹਿਲਾਂ ਜਦੋਂ ਮੈਂ ਜਪਜੀ ਸਾਹਿਬ ਜੀ ਦੀ ਕਥਾ ਕੀਤੀ ਸੀ ਉਹ, ਤੇ ਜਿਹੜੀ ਅੱਜ ਦੀ ਕਥਾ ਕੀਤੀ ਏ, ਇਹ ਰਾਤ ਦਿਨ ਦਾ ਫਰਕ ਏ। ਉਦੋਂ ਮੈਂ ਸਮਝਦਾ ਸਾਂ ਕਿ ਜੋ ਮੈਂ ਪਹਿਲਾਂ ਬੋਲਿਆ ਉਹ ਠੀਕ ਏ, ਤੇ ਹੁਣ ਸਮਝਦਾ ਕਿ ਜੋ ਮੈਂ ਅੱਜ ਬੋਲਿਆ ਇਹ ਵੀ ਨਹੀਂ ਠੀਕ ਹੋਣਾ, ਅੱਗੇ ਜਾ ਕੇ ਇਹ ਵੀ ਬਦਲ ਜਾਣਾ। ਸੋ ਪੂਰਨ ਤੌਰ ਤੇ ਨਹੀਂ ਜੀ ਆਖਿਆ ਜਾਣਾ, ਕਿਉਂਕਿ ਜੇ ਕੋਈ ਦਾਅਵਾ ਕਰੇ ਮੈਂ ਪੂਰਨ ਤੌਰ ਤੇ ਆਖਤਾ ਤੇ ਉਹਨੇ ਤੇ ਫਿਰ ਅੰਤ ਪਾ ਲਿਆ, ਫਿਰ ਪ੍ਰਭੂ ਦੀ ਬੇਅੰਤਤਾ ਜਿਹੜੀ ਏ ਉਹ ਖਤਮ ਹੋ ਜਾਏਗੀ। ਗੁਰੂ ਸਾਹਿਬ ਜੀ ਨੇ ਆਖਿਆ ਐਸਾ ਨਾਮ ਨਿਰੰਜਨ ਹੋਏ। ਪ੍ਰਭੂ ਦਾ ਪਵਿੱਤਰ ਨਾਮ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਉਹ ਐਸਾ ਹੈ। ਕੈਸਾ ਹੈ ਜੀ? ਪਹਿਲਾਂ ਉਸ ਨੂੰ ਸੁਣਨਾ ਹੈ, ਉਸ ਤੇ ਫਿਰ ਵਿਚਾਰ ਕਰਨੀ ਹੈ, ਫਿਰ ਉਸ ਤੇ ਮਨਨ ਕਰਨਾ ਹੈ। ਮਨਨ ਕਰਕੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਇਹ ਤੁਸੀਂ ਦੋ ਮਨ ਵੇਖਦੇ ਹੋ ਜੀ। ਪਹਿਲੇ ਮਨ ਦੇ ਮਾਂ ਦੇ ਉੱਤੇ ਟਿੱਪੀ ਲੱਗੀ ਏ ਤੇ ਦੂਜੇ ਮਨ ਦੇ ਮਾਂ ਤੇ ਟਿੱਪੀ ਨਹੀਂ ਲੱਗੀ। ਪਹਿਲੇ ਦਾ ਅਰਥ ਹੈ ਮਨਨ ਕਰਨਾ, ਮੰਨਣ ਨਾਲ। ਦੂਜੇ ਦਾ ਅਰਥ ਹੈ ਮਨ ਵਿੱਚ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਆਪਣੇ ਮਨ ਵਿੱਚ ਇਸ ਗੱਲ ਨੂੰ ਮੰਨ ਲਵੇ, ਤੇ ਜਿਹੜਾ ਮੰਨ ਲਵੇ ਫਿਰ ਉਸ ਦੀ ਅਵਸਥਾ ਦਾ ਜਿਹੜਾ ਬਿਆਨ ਹੈ ਉਹ ਕਦੀ ਵੀ ਕਿਸੇ ਵੀ ਸੂਰਤ ਕੀਤਾ ਨਹੀਂ ਜਾ ਸਕਦਾ। ਸੋ ਅੱਜ ਆਪਾਂ ਦੋ ਚੀਜ਼ਾਂ ਸਮਝੀਆਂ ਨੇ ਜੀ। ਇੱਕ ਤਾਂ ਸੁਣਨਾ ਹੈ
ਤੇ ਸੁਣਨਾ ਕਿਵੇਂ ਹੈ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ। ਸੁਣਨਾ ਹੈ ਜੀ ਚਿੱਤ ਲਾ ਕੇ, ਪੂਰਾ ਮਨ ਜੋੜ ਕੇ ਸੁਣਨਾ ਹੈ, ਚਾਹੇ ਕੁਝ ਵੀ ਹੈ, ਜੋ ਵੀ ਸੁਣ ਰਹੇ ਹੋ ਉਹਨੂੰ ਪੂਰਾ ਮਨ ਲਾ ਕੇ ਧਿਆਨ ਨਾਲ ਸੁਣਨਾ ਹੈ। ਫਿਰ ਉਸ ਤੇ ਵਿਚਾਰ ਕਰਨੀ ਹੈ। ਵਿਚਾਰ ਦਾ ਸਿਧਾਂਤ, ਗੁਰਮਤਿ ਦਾ ਸਿਧਾਂਤ ਹੈ, ਵਿਚਾਰ ਨੂੰ ਕਦੇ ਛੱਡਣਾ ਨਹੀਂ। ਲੇਕਿਨ ਵਿਚਾਰ ਸਾਨੂੰ ਨਾ ਆਪਣੇ ਮੁੱਦੇ ਤੋਂ ਪਾਸੇ ਲੈ ਜਾਂਦੀ, ਇਹਦਾ ਧਿਆਨ ਜ਼ਰੂਰ ਰੱਖਣਾ ਹੈ। ਵਿਚਾਰ ਕਰਦਿਆਂ ਆਪਣੀ ਅਸਲੀ ਮੁੱਦੇ ਤੋਂ ਪਾਸੇ ਨਹੀਂ ਜਾਣਾ, ਇਹ ਗੱਲ ਜ਼ਰੂਰ ਚੇਤੇ 'ਚ ਰੱਖਣੀ ਹੈ। ਦੂਸਰੇ ਨੰਬਰ ਤੇ ਵਿਚਾਰ ਕਰਨਾ ਹੈ। ਤੀਸਰੇ ਨੰਬਰ ਤੇ ਵਿਚਾਰ ਕਰਕੇ ਉਸ ਨੂੰ ਮੰਨਣਾ ਹੈ, ਤੇ ਮੰਨਣ ਤੋਂ ਭਾਵ ਹੈ ਜ਼ਿੰਦਗੀ ਵਿੱਚ ਅਪਣਾ ਲੈਣਾ। ਜਿਵੇਂ ਜਿਵੇਂ ਅਸੀਂ ਉਸ ਨੂੰ ਜ਼ਿੰਦਗੀ ਵਿੱਚ ਅਪਣਾ ਲਵਾਂਗੇ, ਤਿਵੇਂ ਤਿਵੇਂ ਫਿਰ ਨਾਨਕ ਭਗਤਾਂ ਸਦਾ ਵਿਗਾਸ। ਫਿਰ ਉਹ ਖੁਸ਼ੀ ਵਾਲੀ ਅਵਸਥਾ, ਉਹ ਖੇੜੇ ਵਾਲੀ ਅਵਸਥਾ, ਉਹ ਵਿਗਾਸ ਵਾਲੀ ਅਵਸਥਾ ਜਿਹੜੀ ਏ, ਉਹ ਗੁਰੂ ਮਹਾਰਾਜ ਦੀ ਮਿਹਰ ਨਾਲ ਪ੍ਰਾਪਤ ਹੋ ਹੀ ਜਾਂਦੀ ਏ। ਜਿਹੜੇ ਲੋਕ ਚੱਲੇ ਨੇ ਭਾਈ ਇਸ ਮਾਰਗ ਤੇ, ਕਦੀ ਨਾ ਕਦੀ ਉਹ ਕਿਤੇ ਨਾ ਕਿਤੇ ਪਹੁੰਚ ਹੀ ਜਾਂਦੇ ਨੇ। ਸੋ ਅਗਲਾ ਜਿਹੜਾ ਆਪਣਾ ਟੌਪਿਕ ਹੋਣਾ ਹੈ ਜੀ ਸ਼ੁੱਕਰਵਾਰ ਵਾਲੇ ਦਿਨ, ਉਹ ਹੋਣਾ ਜੋ ਤੁਧ ਭਾਵੈ। ਅਗਲਾ ਬਚਨ ਹੈ ਗੁਰੂ ਨਾਨਕ ਦੇਵ ਜੀ ਦਾ। ਉਹਨਾਂ ਨੇ 4 ਪੌੜੀਆਂ ਇਸੇ ਵਿਸ਼ੇ ਉੱਤੇ ਉਚਾਰੀਆਂ ਨੇ, ਜੋ ਤੁਧ ਭਾਵੈ ਸਾਈ ਭਲੀ ਕਾਰ। ਆਪਾਂ ਇਹਦੇ ਤੇ ਸ਼ੁੱਕਰਵਾਰ ਨੂੰ ਗੱਲਬਾਤ ਸ਼ੁਰੂ ਕਰਾਂਗੇ, ਫਿਰ ਜਦੋਂ ਪੂਰੀ ਹੋ ਜਾਏਗੀ। ਸਾਨੂੰ ਕੋਈ ਜਲਦੀ ਨਹੀਂ, ਕੋਈ ਕਾਹਲੀ ਨਹੀਂ। ਆਪਣੇ ਕੋਲ ਸਾਡੇ ਬੜੇ ਹੀ ਸਤਿਕਾਰਯੋਗ ਵੀਰ ਜੀ ਭਾਈ ਹਰਭਜਨ ਸਿੰਘ ਜੀ ਆਪਣੇ ਜਥੇ ਸਹਿਤ, ਉਹਨਾਂ ਨੇ 1 ਮਹੀਨਾ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਆਪਾਂ ਨੂੰ ਸ਼ਬਦ ਨਾਲ ਜੋੜਿਆ ਹੈ। ਉਹਨਾਂ ਦਾ ਅਤੀ ਧੰਨਵਾਦੀ ਹਾਂ। ਉਹਨਾਂ ਨੇ ਬੜੇ ਪਿਆਰ ਨਾਲ ਦਿਲੋਂ ਆਪ ਉਹ ਜੁੜਨ ਦੀ ਕੋਸ਼ਿਸ਼ ਕਰਦੇ ਨੇ ਤੇ ਸੰਗਤ ਨੂੰ ਜੋੜਨ ਦੀ ਕੋਸ਼ਿਸ਼ ਵਿੱਚ ਹਮੇਸ਼ਾ ਰਹਿੰਦੇ ਨੇ। ਜੇ ਤੁਸੀਂ ਸ਼ਬਦ ਸੁਣਿਆ ਹੋਵੇ, ਸ਼ੁੱਕਰਵਾਰ ਇਹਨਾਂ ਗਾਵਿਆਂ ਸੀ ਕੀਰਤਨ ਰੂਪ ਵਿੱਚ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਜਿਨ੍ਹਾਂ ਨੇ ਤੇ ਉਹਨੂੰ YouTube ਤੇ Facebook ਤੇ ਸੁਣਿਆ ਹੋਏਗਾ, ਉੱਥੇ ਤੇ ਉਹੋ ਜਿਹੀ ਫੀਲਿੰਗਸ ਨਹੀਂ ਆਉਂਦੀਆਂ ਜੀ। YouTube ਤੇ Facebook ਤੇ ਕਿਤੇ ਵੀ ਸੁਣੋ, ਉਸ ਢੰਗ ਨਾਲ ਤੁਸੀਂ ਉਹਨੂੰ ਮਹਿਸੂਸ ਨਹੀਂ ਕਰ ਪਾਉਂਦੇ ਜਿਸ ਢੰਗ ਨਾਲ ਸਾਹਮਣੇ ਜਾਂ ਸੰਗਤ ਵਿੱਚ ਬੈਠ ਕੇ ਤੁਸੀਂ ਮਹਿਸੂਸ ਕਰਦੇ ਹੋ। ਤੇ ਜਿਨ੍ਹਾਂ ਨੇ ਉਹ ਸ਼ਬਦ ਸੁਣਿਆ ਹੋਏਗਾ, ਮੈਂ ਵੀ ਇੱਥੇ ਹੀ ਬੈਠਾ ਸਾਂ ਉਦੋਂ, ਇਉਂ ਲੱਗ ਰਿਹਾ ਸੀ ਕਿ ਉਹ ਗਾ ਨਹੀਂ ਰਹੇ। ਮਾਫ ਕਰਨਾ ਮੈਨੂੰ ਜੇ ਮੈਂ ਕੁਝ ਗਲਤ ਆਖਾਂ। ਇਉਂ ਲੱਗਦਾ ਸੀ ਉਹ ਗਾ ਨਹੀਂ ਰਹੇ, ਉਹਨਾਂ ਕੋਲੋਂ ਗਵਾਇਆ ਜਾ ਰਿਹਾ ਹੈ, ਗਵਾਇਆ ਜਾ ਰਿਹਾ ਹੈ। ਬਸ ਇੰਨਾ ਹੀ ਫਰਕ ਜੇ ਘਰ ਬਹਿ ਕੇ ਸੁਣਨ ਦਾ ਤੇ ਸੰਗਤ ਵਿੱਚ ਬਹਿ ਕੇ ਸੁਣਨ ਦਾ। ਸੰਗਤ ਵਿੱਚ ਆਇਆ ਕਰੋ ਭਾਈ, ਘਰ ਬਹਿ ਕੇ ਆਪਾਂ ਸੁਣ ਸਕਦੇ ਹਾਂ। ਅੱਜ ਸਾਡੇ ਕੋਲੇ ਸਾਧਨ ਹਨ, ਕਦੀ ਵੀ ਤੇ ਕਿਸੇ ਨੂੰ ਵੀ ਸੁਣ ਸਕਦੇ ਹਾਂ, ਪਰ ਜਿਹੜੀਆਂ ਫੀਲਿੰਗਸ ਆਉਂਦੀਆਂ ਨੇ ਨਾ ਸੰਗਤ ਵਿੱਚ ਬੈਠ ਕੇ, ਉਹ ਸ਼ਾਇਦ YouTube ਤੇ ਕਦੇ ਵੀ ਨਹੀਂ ਆ ਸਕਣਗੀਆਂ। ਅਸੀਂ ਸੰਗਤ ਵਿੱਚ ਆਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਾਂ। ਇੱਥੇ ਪਤਾ ਨਹੀਂ ਕਿੰਨੇ ਕਿੰਨੇ ਚੰਗੇ ਸ਼ੁਭ ਵਿਚਾਰਾਂ ਵਾਲੇ ਲੋਕ ਬੈਠੇ ਨੇ, ਜਿਨ੍ਹਾਂ ਦੇ ਜੀਵਨ ਦਾ ਪ੍ਰਭਾਵ ਸਾਡੇ ਜੀਵਨ ਤੇ ਸਹਿਜ ਸੁਭਾਅ ਹੀ ਪੈ ਜਾਂਦਾ, ਬਿਨਾਂ ਬੋਲਣ ਤੋਂ, ਬਿਨਾਂ ਗੱਲ ਕਰਨ ਤੋਂ। ਉਹਨਾਂ ਦੇ ਜੀਵਨ ਦਾ ਅਸਰ ਸਾਡੇ ਜੀਵਨ ਤੇ ਪੈ ਜਾਂਦਾ ਹੈ। ਪਰ ਜੇ YouTube ਤੇ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਦਰਸ਼ਨ ਕਰੀਏ ਕਿ ਇਸ ਤਰ੍ਹਾਂ ਅਸੀਂ ਜਿਵੇਂ ਇੱਥੇ ਆ ਕੇ ਮਹਿਸੂਸ ਕਰਦੇ ਹਾਂ ਗੁਰੂ ਮਹਾਰਾਜ ਜੀ ਦੀ ਹਾਜ਼ਰੀ, ਕਿ YouTube ਤੇ ਕਰ ਪਾਵਾਂਗੇ? ਲੱਗਦਾ ਤੇ ਨਹੀਂ ਹੋ ਪਾਏਗਾ ਜੀ, ਪਤਾ ਨਹੀਂ ਕੋਈ ਕਰ ਵੀ ਲੈਂਦਾ ਹੋਵੇ, ਪਰ ਲੱਗਦਾ ਨਹੀਂ ਇਸ ਤਰ੍ਹਾਂ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਏ, ਆਪਾਂ ਸੰਗਤ ਵਿੱਚ ਆ ਕੇ ਗੁਰੂ ਮਹਾਰਾਜ ਦੀ ਅੰਮ੍ਰਿਤ ਬਾਣੀ ਨੂੰ ਸੁਣਿਆ ਕਰੀਏ, ਵਿਚਾਰਿਆ ਕਰੀਏ, ਸਮਝਿਆ ਕਰੀਏ ਤੇ ਜੀਵਨ ਵਿੱਚ ਉਸ ਨੂੰ ਅਪਣਾਈਏ। ਅੱਜ ਤੁਸੀਂ ਜੀ ਇੰਨੇ ਕੁ ਬਚਨ ਪ੍ਰਵਾਨ ਕਰਨਾ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।